ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਸਾ ਕੀ ਵਾਰ ਭਾਗ 61 61 ਮਹਲਾ ਪਹਿਲਾ। ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਓ, ਪੰਡੋਂ ਹੋਵੇ ਦੋਸਤੀ ਪੰਡੋਂ ਚੱਲੇ ਰਾਓ। ਪੰਡ ਮੂਆ ਪੰਡ ਪਾ ਲੀਏ ਪੰਡ ਹੋਵੇ ਬਦਾਨ, ਸਿਉਕੂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਪੰਡੋਂ ਹੀ ਪੰਡ ਉਪਜੇ ਪੰਡੇ ਬਾਜ ਨ ਕੋਈ, ਨਾਨਕ ਪੰਡੇ ਵਾਹਰਾਂ ਏਕੋ ਸੱਚਾ ਸੋਏ। ਜਿਤੂ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਸੱਚੀ ਪਾਤਸ਼ਾਹ ਗੁਰੂ ਪਾਤਸ਼ਾਹ ਸਮਝਾਉਂਦੇ ਆ, ਭਾਈ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਓ। ਬਾਣੀ ਗੁਰੂ ਉਪਦੇਸ਼ ਦੇ ਰਾਹੀਂ ਸਾਨੂੰ ਸੰਸਾਰੀ ਜੀਵਾਂ ਨੂੰ ਜਿਹੜੇ ਸਾਡੇ ਮਾਇਆ ਦੇ ਰਿਸ਼ਤੇ ਨੇ ਇਹਦੇ ਬਾਰੇ ਅਗਾਹ ਕਰ ਰਹੀ ਹੈ। ਜਿਹੜੇ ਗੁਰਸਿੱਖ ਗੁਰੂ ਸ਼ਬਦ ਦੀ ਕਮਾਈ ਕਰਨਗੇ, ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਣਗੇ। ਨਦੀਆਂ ਪਵਹਿ ਸਮੁੰਦ ਨਾ ਜਾਣੀਏ, ਜਿਵੇਂ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਇਵੇਂ ਉਹ ਗੁਰਸਿੱਖ ਗੁਰ ਕਾ ਰੂਪ ਹੋ ਜਾਂਦੇ ਨੇ। ਭਾਵ ਉਹਨਾਂ ਦਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ ਹੈ। ਗੁਰ ਸ਼ਬਦ ਦੇ ਗਿਆਨ ਨਾਲ ਪਹਿਲਾ ਪਦਾਰਥ, ਦੂਜਾ ਮੁਕਤੀ ਸੰਤੋਖ, ਮਾਇਆ ਤੋਂ ਮੁਕਤ। ਫਿਰ ਸੱਚ ਦਾ ਦਰਸ਼ਨ ਹੁੰਦਾ ਹੈ। ਸੱਚ ਦੇ ਦਰਸ਼ਨ ਤੋਂ ਬਾਅਦ ਫਿਰ ਸਾਨੂੰ ਸੰਸਾਰ ਦੀ ਸਮਝ ਆਉਂਦੀ ਹੈ। ਪਹਿਲਾਂ ਆਪਾਂ ਕਿਸੇ ਨੂੰ ਕਿੰਨਾ ਕੋਸੀ ਜਾਈਏ, ਬਾਣੀ ਵਰਜਦੀ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ। ਜਿਨ੍ਹਾਂ ਨੇ ਹੁਕਮ ਬੁੱਝਿਆ ਹੀ ਨਹੀਂ ਭਾਈ, ਜਿਨ੍ਹਾਂ ਨੂੰ ਹੁਕਮ ਦੀ ਸਮਝ ਨਹੀਂ ਆਈ, ਅਸੀਂ ਉਹਨਾਂ ਨੂੰ ਕੋਸਦੇ ਹਾਂ, ਉਹੀ ਵਿਰੋਧ ਹੈ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਤਿਥ ਵਾਰ ਨਾ ਜੋਗੀ ਜਾਣੇ ਰੁੱਤ ਮਹਾ ਨਾ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ। ਗੁਰਬਾਣੀ 'ਚ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਗੁਰੂ ਉਪਦੇਸ਼ ਰਾਹੀਂ, ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ ਘਟ ਘਟ ਜੋਤ ਸਮੋਏ। ਜੋਤ ਨੂਰ ਦੇ ਨਾਲ ਇਹ ਸ੍ਰਿਸ਼ਟੀ ਸਾਜੀ ਜਾਂਦੀ ਹੈ। ਚੇਤਨਾ ਦਾ ਜੋੜ ਜੜ ਮਾਇਆ ਨਾਲ ਪੈਂਦਾ ਹੈ। ਉਸ ਤੋਂ ਬਾਅਦ ਚੇਤਨਾ ਜਿਹੜੀ ਆਤਮਾ ਆਪਦੇ ਮੂਲ ਨੂੰ ਭੁੱਲ ਜਾਂਦੀ ਹੈ। ਹੁਣ ਗੁਰਬਾਣੀ ਆਪਾਂ ਨੂੰ ਇੱਕ ਦਾ ਗਿਆਨ ਕਰਾ ਰਹੀ ਹੈ। ਇਹ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਇੱਕ ਦਾ ਗਿਆਨ ਸਾਨੂੰ ਹੋਣਾ ਹੈ ਭਾਈ। ਉਹੀ ਆਪਾਂ ਕਿਰਪਾ ਲੈਣੀ ਹੈ ਸਤਿਗੁਰਾਂ ਦੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਕਿਵੇਂ ਸਾਜੀ ਹੈ ਉਹਨੇ ਕਾਤੇ ਸਾਜੀ ਹੈ ਤਾਂ ਉਹ ਜਾਣੇ ਭਾਈ। ਫਿਰ ਵੀ ਅਸੀਂ ਇੱਕ ਦੂਜੇ ਦਾ ਵਿਰੋਧ ਕਰਦੇ ਹਾਂ। ਕਿਉਂ ਵਿਰੋਧ ਕਰਦੇ ਹਾਂ? ਅਕਲ ਦੀ ਬਾਤ ਘਾਟ। ਕਿਸੇ ਨੂੰ ਅਕਲ ਜ਼ਿਆਦਾ ਹੈ, ਕਿਸੇ ਨੂੰ ਘੱਟ ਹੈ। ਸੰਸਾਰੀ ਉਹਦੇ ਵਿੱਚ ਵਿਰੋਧ ਰਹਿਣਾ ਹੀ ਰਹਿਣਾ ਵਾ। ਜੇ ਕਿਸੇ ਨੂੰ ਮਾਇਆ ਕਰਕੇ ਵੀ ਸਰੀਰਕ ਸੁੱਖ ਸੰਪਤ ਮਿਲੀ ਹੈ, ਉਹਨੂੰ ਭਰਮ ਪੈ ਗਿਆ ਵੀ ਮੈਂ ਬਣਾਈ ਹੈ, ਉਹ ਵੀ ਬਾਣੀ ਭਰਮ ਕੱਢਦੀ ਹੈ। ਜਿਹੜਾ ਦੂਆ ਉਹਦਾ ਵਿਰੋਧ ਕਰਦਾ ਹੈ, ਉਹਦਾ ਵੀ ਮੇਰੇ ਕੋਲ ਘੱਟ ਹੈ ਉਹਦੇ ਕੋਲ ਜ਼ਿਆਦਾ, ਉਹਦਾ ਵੀ ਬਾਣੀ ਸਾਨੂੰ ਗਿਆਨ ਦੇ ਕੇ ਭਰਮ ਕੱਢਦੀ ਹੈ। ਜਿਨ੍ਹਾਂ ਦਾ ਭਰਮ ਨਿਕਲ ਜਾਂਦਾ ਹੈ ਉਹ ਸੱਚ ਦਾ ਦਰਸ਼ਨ ਕਰਦੇ ਨੇ। ਸੱਚ ਦਾ ਦਰਸ਼ਨ ਅੱਖਾਂ ਦਾ ਵਿਸ਼ਾ ਨਹੀਂ ਭਾਈ, ਕੰਨਾਂ ਨਾਲ ਬਾਣੀ ਉਹ ਸੁਣੀ ਨਹੀਂ ਜਾਂਦੀ, ਅੱਖਾਂ ਨਾਲ ਨਿਰਾਕਾਰ ਦਾ ਦਰਸ਼ਨ ਨਹੀਂ ਹੁੰਦਾ। ਨਾ ਆਤਮਾ ਆਉਂਦੀ ਦਿੰਦੀ ਹੈ, ਨਾ ਜਾਂਦੀ ਦਿੰਦੀ।
ਇਹ ਸਮਦ੍ਰਿਸ਼ਟੀ ਅਵਸਥਾ ਪ੍ਰਾਪਤ ਜਦੋਂ ਅਸੀਂ ਕਰ ਲਾਂਗੇ, ਉਸ ਤੋਂ ਬਾਅਦ ਸਾਡਾ ਵਿਰੋਧ ਜਾਣਾ ਵਾ। 9ਵੇਂ ਪਾਤਸ਼ਾਹ ਦੇ ਸ਼ਲੋਕ ਨੇ, ਉਸਤਤ ਨਿੰਦਾ ਦਉ ਤਿਆਗੇ ਖੋਜੇ ਪਦ ਨਿਰਵਾਣ। ਸਾਨੂੰ ਕਿਵੇਂ ਪਤਾ ਹੈ ਕੁਦਰਤ ਨੇ ਕਦੋਂ ਸਾਜੀ ਹੈ? ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੋ ਭਲੇ ਕੋ ਮੰਦੇ। ਇਹ ਅਵਸਥਾ ਆਪਾਂ ਪ੍ਰਾਪਤ ਕਰਨੀ ਹੈ। ਸਾਰਿਆਂ ਵਿੱਚ ਕੁਦਰਤ ਦਾ ਦਰਸ਼ਨ ਕਰਨਾ ਹੈ। ਭਾਵ ਹੁਕਮ ਦਾ ਕਿਵੇਂ ਕਰਾਂਗੇ? ਸੰਤ ਜਨਾਂ ਵੇਖਣ ਸਭ ਬ੍ਰਹਮ ਦਾ ਦਰਸ਼ਨ ਕਰਨਾ ਹੈ ਅੰਦਰ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਜਿਹੜਾ ਅਸੀਂ ਇੱਕ ਦੂਏ ਨੂੰ ਕੋਸਦੇ ਹਾਂ, ਧਰਮ ਪ੍ਰਚਾਰਕ ਵੀ ਇਹੀ ਕਰਦੇ ਨੇ, ਆਪਾ ਜਦ ਤੱਕ ਨਹੀਂ ਮਿਟਦਾ, ਜਾਂ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਅਸੀਂ ਦੂਆਂ ਨੂੰ ਉਪਦੇਸ਼ ਕਰ ਦਿੰਦੇ ਹਾਂ, ਆਪ ਨਹੀਂ ਉਹਦੀ ਕਮਾਈ ਕਰਦੇ, ਆਪ ਦਾ ਭਰਮ ਜਾਂਦਾ ਨਹੀਂ ਸਾਡਾ। ਜਦੋਂ ਸਾਰਾ ਕੁਛ ਹੀ ਹੁਕਮ 'ਚ ਹੋ ਰਿਹਾ, ਫਿਰ ਵਿਰੋਧ ਕਿਉਂ ਹੋ ਰਿਹਾ? ਵਿਰੋਧ ਹੋ ਰਿਹਾ, ਅਸੀਂ ਸੰਸਾਰੀ ਜੀਵ ਹਾਂ, ਆਪਦੇ ਮੂਲ ਨੂੰ ਭੁੱਲ ਗਏ, ਪਰਮੇਸ਼ਰ ਤੋਂ ਭੁੱਲਿਆ। ਵਿਆਪਣ ਸਭੇ ਰੋਗ ਜਿਹੜੇ ਸਰੀਰ ਦੇ ਸਾਨੂੰ 84 ਲੱਖ ਜੂਨੀ ਦੇ ਮਿਲੇ ਨੇ, ਔਰ ਮਿਲਦੇ ਰਹਿਣਗੇ ਜਦ ਤੱਕ ਅਸੀਂ ਗੁਰ ਦੇ ਸ਼ਰਨ ਨਹੀਂ ਆਉਂਦੇ, ਗੁਰ ਸ਼ਬਦ ਦੀ ਕਮਾਈ ਨਹੀਂ ਕਰਦੇ, ਬਾਣੀ ਨੂੰ ਸੁਣਦੇ ਵਿਚਾਰਦੇ ਨਹੀਂ। ਸੁਣ ਬੜ ਭਾਗੀ ਆ ਹਰ ਅੰਮ੍ਰਿਤ ਬਾਣੀ ਰਾ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਇਹਦੀ ਸੁਣਨ ਦੀ ਵਿਧੀ ਹੈ ਭਾਈ, ਸੁਣ ਕੇ ਵਿਚਾਰਨਾ ਹੈ। ਫਿਰ ਇਹਨੂੰ ਵੀ ਉਹ 'ਚੋਂ ਗਿਆਨ ਜਿਹੜਾ ਪੈਦਾ ਹੁੰਦਾ, ਉੱਥੋਂ ਸਾਡੀ ਜੀਵਨ ਦੀ ਸ਼ੁਰੂਆਤ ਹੁੰਦੀ ਹੈ। ਔਰਤ ਭੰਡ ਤੋਂ ਸ੍ਰਿਸ਼ਟੀ ਸ਼ੁਰੂ ਕੀਤੀ ਹੈ ਕੁਦਰਤ ਨੇ, ਇਹਦਾ ਵਿਸਤਾਰ ਕੀਤਾ। ਕਿਉਂ ਕੀਤਾ, ਕਾਹਦੇ ਕੀਤਾ, ਤਾਂ ਭਾਈ ਉਹ ਜਾਣਦਾ। ਪਰ ਫਿਰ ਵੀ ਪਰ ਤ੍ਰਿਆ ਪਰ ਧਨ ਰੂਪ ਸੰਸਾਰੀ ਮੱਤਾਂ ਨੇ, ਮਾਨਵ ਸੋਚਾਂ ਨੇ ਆਪਦੇ ਹਿਸਾਬ ਨਾਲ ਇਹਨੂੰ ਪ੍ਰਚਾਰਿਆ। ਉਹ ਕੀ ਨੇ? ਸਾਰੀਆਂ ਫਾਸਨ ਕੀ ਵਿਧੀਆਂ, ਪਤੀ ਤੋਂ ਰਹਿਤ ਇਹ ਮੱਤਾਂ ਨੇ, ਜਿਨ੍ਹਾਂ ਦਾ ਕੋਈ ਖਸਮ ਨਹੀਂ ਹੈਗਾ। ਇੱਥੇ ਤਾਂ ਖਸਮ ਹੈ ਭਾਈ ਸੱਚ ਦੀ ਪ੍ਰਾਪਤੀ ਕਰਨੀ। ਖਸਮ ਛੋੜ ਦੂਜੇ ਲੱਗੇ ਡੋਬੇ ਸੇਵਣ ਜਾ ਰਿਹਾ, ਸਤਿਗੁਰ ਹੈ ਉਹ ਤਾਂ ਵਿਰਲੇ ਕਿਨੇ ਵਿਚਾਰਿਆ। ਸੱਚ ਦਾ ਦਰਸ਼ਨ ਕਰਨਾ ਹੈ ਭਾਈ ਆਪਾਂ। ਫਿਰ ਸਾਨੂੰ ਸਮਝ ਆਉਣੀ ਹੈ ਜਿਹੜਾ ਸਾਡੇ ਅੰਦਰ ਵੈਰ ਵਿਰੋਧ ਹੈ, ਭੈ ਵਾ, ਚਿੰਤਾ, ਇਹ ਸੱਚ ਦੇ ਗਿਆਨ ਨਾਲ ਸਮਾਪਤ ਹੋਣੀ ਹੈ। ਇਹ ਤੋਂ ਸਾਡਾ ਛੁਟਕਾਰਾ ਹੋਣਾ। ਭੰਡ ਜੰਮੀਏ, ਔਰਤ ਤੋਂ ਸੰਸਾਰ ਦੀ ਉਤਪਤੀ, ਭੰਡ ਨਿੰਮੀਏ ਸ਼ੁਰੂਆਤ, ਭੰਡ ਮੰਗਣ ਵਿਆਹ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ ਭਾਈ। ਵਿਆਹ ਹੁੰਦੇ ਨੇ, ਫਿਰ ਧੀਆਂ ਪੁੱਤਾਂ ਦੇ ਸਾਡੇ। ਭੰਡੂ ਹੋਵੇ ਦੋਸਤੀ, ਭੰਡੋਂ ਚੱਲੇ ਰਾਹ। ਦੋਸਤੀ ਸ਼ਬਦ ਆਇਆ, ਸੰਸਾਰ 'ਚ ਵੀ ਅਸੀਂ ਦੋਸਤ ਬਣਾਉਂਦੇ ਹਾਂ, ਮਿੱਤਰ ਬਣਾਉਂਦੇ ਹਾਂ। ਉਹ ਸਰੀਰ ਕਰਕੇ ਨੇ, ਇਹ ਆਤਮਾ ਕਰਕੇ ਆ। ਜੇ ਅਸੀਂ ਆਤਮਾ ਕਰਕੇ ਇੱਕ ਹੋ ਜਾਵਾਂਗੇ, ਭਾਵ ਗੁਰਸ਼ਬਦ ਦੇ ਗਿਆਨ ਨਾਲ, ਜਿਵੇਂ ਅਸੀਂ ਧੀਆਂ ਪੁੱਤਾਂ ਦੇ ਵਿਆਹ 'ਤੇ ਲਾਵਾਂ ਪੜ੍ਹਦੇ ਹਾਂ, ਉਹ ਲਾਵਾਂ ਆਤਮਾ ਦੀਆਂ ਨੇ। ਕਿਵੇਂ ਇੱਕ ਹੋਣਾ? ਜੇ ਉਹ ਲਾਵਾਂ ਦਾ ਗਿਆਨ ਉਸ ਵੇਲੇ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਕੁਛ ਫਾਇਦਾ ਹੋ ਸਕਦਾ ਹੈ, ਤਾਂ ਕੁਛ ਸਮਝ ਆ ਸਕਦੀ ਹੈ, ਤਾਂ ਟਕਰਾਅ ਘਟ ਸਕਦਾ ਹੈ। ਨਹੀਂ ਤਾਂ ਸਾਰੀ ਜਿੰਨੀ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ, ਸਤਿਗੁਰਾਂ ਦੇ ਵਚਨ ਨੇ, ਵਧੀ ਸੁਵਜਗ ਨਾਨਕਾ ਸੱਚਾ ਵੇਖੇ ਸੋ, ਸਾਰੀ ਹੁਕਮ ਨਾਲ ਟਕਰਾ ਰਹੀ ਹੈ। ਘਰਾਂ 'ਚ ਕਲੇਸ਼ ਕਿਉਂ ਪੈਂਦੇ ਨੇ ਭਾਈ? ਸੁਭਾਅ ਨਹੀਂ ਮਿਲਦੇ। ਸੁਭਾਅ ਫਿਰ ਕਿਵੇਂ ਮਿਲਣਗੇ? ਦੇਖੋ, ਗੁਰਮਤਿ ਦਾ ਗਿਆਨ ਲਓ, ਇਹ ਗਿਆਨੀਆਂ ਦਾ ਮਾਰਗ ਹੈ। ਧਰੂਹ ਪ੍ਰਹਲਾਦ ਤੋਂ ਪਹਿਲਾਂ ਦਾ ਮਾਰਗ ਚੱਲਿਆ ਹੋਇਆ। ਸਾਰਿਆਂ ਦੀ ਇੱਕ ਗੱਲ ਹੈ, ਇੱਥੇ ਆ ਕੇ ਇੱਕ ਹੋਣਾ ਭਾਈ ਆਪਾਂ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ। ਜਿਵੇਂ ਜਿਵੇਂ ਇੱਕ ਦਾ ਗਿਆਨ ਸਾਡੇ ਅੰਦਰ ਵਧੀ ਜਾਂਦਾ ਹੈ, ਭੈ ਤੋਂ ਮੁਕਤ ਹੋ ਜਾਂਦੇ ਹਾਂ, ਪਹਿਲਾ ਗੁਣ ਆ ਜਾਂਦਾ, ਫਿਰ ਨਿਰਵੈਰ ਹੋ ਜਾਂਦੇ ਹਾਂ, ਸੰਸਾਰ ਨਾਲ ਵੈਰ ਵਿਰੋਧ ਖਤਮ ਹੋ ਜਾਂਦਾ। ਜੋ ਸਾਡਾ ਸੰਸਾਰ ਨਹੀਂ ਵੈਰ ਵਿਰੋਧ ਖਤਮ ਹੋ ਗਿਆ, ਫਿਰ ਘਰਾਂ ਦੇ ਵਿੱਚ ਵੀ ਕਲੇਸ਼ ਖਤਮ ਹੋਊਗਾ ਭਾਈ। ਇਸ ਅਵਸਥਾ 'ਚ ਆ ਕੇ ਅਸੀਂ ਕਾਲ ਤੋਂ ਬਚ ਸਕਦੇ ਹਾਂ, ਔਰ ਕਲੇਸ਼ ਤੋਂ ਬਚ ਸਕਦੇ ਹਾਂ। ਜਿਹੜੇ ਅਸੀਂ ਇਲਾਜ ਕਰਾਉਂਦੇ ਫਿਰਦੇ ਹਾਂ ਬਾਹਰ, ਉਹ ਤਾਂ ਭਾਈ ਸਾਰੇ ਕਲੇਸ਼ ਦੇ ਮਾਰੇ ਆਪਦਾ ਘਰ ਛੱਡੀ ਫਿਰਦੇ ਨੇ। ਅਸੀਂ ਉਹਨਾਂ ਕੋਲ ਇਲਾਜ ਕਰਾਉਂਦੇ ਹਾਂ। ਇੱਕ ਹੀ ਡਾਕਟਰ ਆ, ਇੱਕ ਹੀ ਵੈਦ ਆ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਮੁਕਤੇ ਦੇਵੇ, ਕਾਠੇ ਜਮ ਕੇ ਬੰਦਾ। ਇਹ ਵੈਦ ਤੋਂ ਦਵਾਈ ਲੈਣੀ ਆ ਭਾਈ। ਇਹ ਕੀ ਵੈਦ ਦਵਾਈ ਦਿੰਦਾ ਹੈ? ਗਿਆਨ ਦੀ। ਸਾਰੀ ਬਿਮਾਰੀਆਂ ਦਾ ਇਲਾਜ ਰੋਜ਼ ਕਹਿੰਦੇ ਵੀ ਆ, ਸਰਬ ਰੋਗ ਕਾ ਔਖਦ ਨਾਮ। ਫਿਰ ਨਾਮ ਦੀ ਪ੍ਰਾਪਤੀ ਅੱਗੇ ਹੋਣੀ ਆਪਾਂ ਨੂੰ ਭਾਈ। ਇਹ ਕਲੇਸ਼ ਤਾਂ ਆ ਜਾਣਗੇ, ਕਿਸੇ ਦੇ ਕਹਿਣ ਨਾਲ ਕੋਈ ਨਹੀਂ ਮੰਨਦਾ ਭਾਈ। ਉਹ ਸੰਸਾਰੀ ਸਿਸਟਮ ਹੈ, ਆਪਾਂ ਚੱਲਦਾ ਹੈ, ਕਹਿੰਦੇ ਇੱਕ ਦੂਏ ਨੂੰ, ਪਰ ਕੋਈ ਮੰਨਦਾ ਨਹੀਂ ਹੈਗਾ।
ਘੱਟ ਨਾ ਕੋਈ ਆਖੇ, ਧਰਮ ਦੇ ਵਿੱਚ ਵੀ ਸੰਸਾਰ ਦੇ ਵਿੱਚ ਵੀ। ਇਹ ਦੋਸਤੀ ਫਿਰ ਨਿਭਦੀ ਹੈ, ਫਿਰ ਉਹ ਬੱਚੇ ਇੱਕ ਮੱਤ ਹੋ ਕੇ ਸੱਚਖੰਡ ਜਾ ਸਕਦੇ ਨੇ। ਇੱਕ ਹੋਏ ਤੋਂ ਬਿਨਾਂ ਸਾਨੂੰ ਉੱਥੇ ਐਂਟਰੀ ਨਹੀਂ ਹੈਗੀ ਭਾਈ। ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਮੁਖ ਉਜਲ ਭਾਵ ਉਹਨਾਂ ਨੂੰ ਦਰਸ਼ਨ ਹੁੰਦਾ ਹੈ, ਉਹਨਾਂ ਦੇ ਗਿਆਨ ਵਿੱਚ ਰੋਸ਼ਨੀ ਪੈਦਾ ਹੁੰਦੀ ਹੈ। ਗਿਆਨ ਨਾਲ, ਗੁਰ ਸ਼ਬਦ ਨਾਲ, ਗੁਰਬਾਣੀ ਹੀ ਜਗ ਮੇਂ ਚਾਨਣ ਕਰਮ ਵਸੇ ਮਨ ਆਏ। ਫਿਰ ਇਹ ਦੋਸਤੀ ਪੱਕੀ ਹੁੰਦੀ ਹੈ, ਨਹੀਂ ਤਾਂ ਘਰਾਂ 'ਚ ਕਲੇਸ਼ ਰਹਿੰਦਾ ਹੀ ਹੈ। ਕੋਈ ਦੱਸ ਦਿੰਦਾ, ਕੋਈ ਨਹੀਂ ਦੱਸਦਾ ਭਾਈ। ਭੰਡੂ ਹੋਵੇ ਦੋਸਤੀ, ਭੰਡੂ ਚੱਲੇ ਰਾਹ। ਭੰਡ ਮੂੰਹਾਂ ਭੰਡ ਭਾਲੀਏ, ਭੰਡ ਹੋਵੇ ਵਧਾਨ। ਔਰਤ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ। ਦੇਖਦੇ ਹੀ ਆ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ। ਕਿੰਨਾ ਕੁ ਵਿਸਤਾਰ ਕੁਦਰਤ ਨੇ ਕਰ ਦੇਣਾ, ਇਹ ਉਹ ਜਾਣੇ ਭਾਈ ਜੀ ਨੇ ਬਣਾਈ ਹੈ। ਸਤਿਗੁਰ ਸਮਝਾਉਂਦੇ ਨੇ, ਜਦੋਂ ਔਰਤ ਦੀ ਮ੍ਰਿਤਿੂ ਹੋ ਜਾਂਦੀ ਹੈ, ਪਿਛਲੇ ਟਾਈਮਾਂ ਦੇ ਵਿੱਚ ਤਾਂ ਸਤੀਆਂ ਵੀ ਕਰ ਦਿੰਦੇ ਸੀਗੇ। ਭਗਤ ਕਬੀਰ ਜੀ ਸਮਝਾਉਂਦੇ ਆ, ਸਤੀ ਕਿਆ ਸਾਂਚੇ ਭਾਂਡੇ। ਔਰਤਾਂ ਦਾ ਸਤੀ ਹੋਣ ਨੂੰ ਜੀ ਨਹੀਂ ਸੀ ਕਰਦਾ, ਪਰ ਉਹਨਾਂ ਨੂੰ ਲਾਲਚ ਦੇ ਕੇ ਸਤੀ ਕੀਤਾ ਜਾਂਦਾ ਸੀ। ਪਰ ਉਹ ਪਰੰਪਰਾ ਪਿੱਛੇ ਰਹਿ ਗਈ। ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਪ੍ਰੇਰਿਆ, ਹੁਣ ਗਿਆਨ ਦਾ ਯੁੱਗ ਹੈ, ਆਪਾਂ ਇਹ ਗਿਆਨ ਲੈਣਾ ਹੈ ਭਾਈ, ਫਿਰ ਆਪਣਾ ਛੁਟਕਾਰਾ ਹੋਣਾ ਵਾ। ਫਿਰ ਆਪਾਂ ਦੂਆ ਵਿਆਹ ਕਰ ਦਿੰਦੇ ਹਾਂ ਉਹਦਾ, ਪਰ ਕਲੇਸ਼ ਉਵੇਂ ਹੀ ਰਹਿੰਦਾ ਵਾ। ਬਾਣੀ ਕਲੇਸ਼ ਖਤਮ ਕਰਦੀ ਹੈ। ਕਲੇਸ਼ ਕਿਵੇਂ ਖਤਮ ਹੋ? ਜਦੋਂ ਤੀਵੀਂ ਆਦਮੀ ਦੀ ਇੱਕ ਮੱਤ ਹੋ ਜਾਂਦੀ ਹੈ। ਧਨ ਪਰ ਕਹੀਏ ਸੋਈ। ਇਹ ਬੜਾ ਮੁਸ਼ਕਿਲ ਖੇਲ ਹੈ, ਕਠਿਨ ਹੈ। ਕਹੋ ਨਾਨਕ ਇਹ ਖੇਲ ਕਠਿਨ ਹੈ, ਕਿਨੂੰ ਗੁਰਮੁਖ ਹੋਏ ਜਾਣਾ। ਇੱਕ ਕਹੇ ਦੂਜਾ ਮੰਨ ਲਵੇ, ਬੜੀ ਕਠਿਨ ਗੱਲ ਹੈ, ਪਰ ਮੰਨਣਾ ਹੀ ਪੈਣਾ, ਫਿਰ ਕਲੇਸ਼ ਜਾਊਗਾ। ਵਿਖਮ ਤੇਰਾ ਭਾਵਨ ਸਹੇਲਾ ਕਹਿਣ ਕਹਾਵਰ। ਕਹਿਣਾ ਬੜਾ ਸੌਖਾ ਹੈ, ਮੰਨਣਾ ਬੜਾ ਔਖਾ ਹੈ ਭਾਈ। ਇਹੀ ਤਾਂ ਕਮਾਈ ਹੈ, ਇਹੀ ਤਾਂ ਭਗਤੀ ਹੈ ਭਾਈ। ਇਹ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਕਰਕੇ ਦਿਖਾਇਆ। ਆਪਦੇ ਜੀਵਨ 'ਚ ਹੁੰਦਾ ਪ੍ਰੈਕਟੀਕਲ ਦੇਖ ਲਓ, ਕੰਮ ਕਾਰ ਕਰਕੇ ਵੀ ਦਿਖਾਇਆ। ਅਸੀਂ ਕੀ ਕਰਦੇ ਹਾਂ? ਅਸੀਂ ਧਰਮ ਦੇ ਨਾਂ 'ਤੇ ਠੱਗੀ ਲਾਉਂਦੇ ਹਾਂ। ਉਹਨਾਂ ਨੇ ਕੰਮ ਕਾਰ ਕਰਕੇ, ਕਿਰਤ ਕਰਕੇ ਵੀ ਲੋਕਾਂ ਨੂੰ ਸਮਝਾਇਆ। ਇਹ ਆਪਾਂ ਕਮਾਈ ਕਰਨੀ ਆ ਭਾਈ। ਆਪ ਜਪੇ ਅਵਰੇ ਨਾਮ 'ਚ ਪਾਏ ਉਹੀ ਗੁਰਸਿੱਖ ਨੇ, ਉਹੀ ਦੇਵਲੋਕ ਪਹੁੰਚਣਗੇ। ਉਹਨਾਂ ਦਾ ਇਸ ਸੰਸਾਰ ਤੋਂ ਛੁਟਕਾਰਾ ਹੋਊਗਾ। ਕਿ ਸਤਿਗੁਰ ਕੀ ਸਮਝਾਉਂਦੇ ਆ? ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਜਾਨ। ਧਰਮਾਂ ਦੇ ਵਿੱਚ ਪਿੱਛੇ ਔਰਤ ਨੂੰ ਨੀਵਾਂ ਸਮਝਿਆ ਜਾਂਦਾ ਸੀਗਾ। ਜਿਵੇਂ ਇਸਲਾਮ ਦੇ ਵਿੱਚ ਇੰਨਾ ਕੁ ਤਾਂ ਆਪਾਂ ਨੂੰ ਪਤਾ ਹੀ ਹੈ। ਇੱਥੇ ਵੀ ਪ੍ਰਚਾਰਕ ਬਹੁਤ ਰੌਲਾ ਪਾਉਂਦੇ ਨੇ, ਕੋਈ ਬਰਾਬਰੀ ਦਿੰਦਾ, ਕੋਈ ਕਹਿੰਦਾ ਬਰਾਬਰੀ ਨਹੀਂ ਹੈਗੀ। ਸਾਡਾ ਵਿਸ਼ਾ ਹੀ ਨਹੀਂ ਹੈਗਾ ਇਹ। ਸਾਡਾ ਵਿਸ਼ਾ ਥੋੜ੍ਹੀ ਹੈ ਇਹ। ਜਿਹਨੇ ਬਣਾਈ ਹੈ ਤਾਂ ਉਹ ਜਾਣਦਾ ਭਾਈ। ਤਿੱਥ ਵਾਰਨਾ ਜੋਗੀ ਜਾਣੇ ਰੁੱਤ ਮਹਾਨਾ ਕੋਈ। ਸਾਡਾ ਵਿਸ਼ਾ ਇਹ ਹੈ ਵੀ ਬਰਾਬਰੀ ਕਿਵੇਂ ਹੋਊਗੀ। ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ। ਜੇ ਔਰਤ ਵੀ ਬਰਾਬਰੀ ਕਰਦੀ ਹੈ, ਜੇ ਬੰਦਾ ਹੁਕਮ ਦਾ ਵਿਰੋਧ ਕਰਦਾ ਹੈ, ਇਹਨੂੰ ਤਾਂ ਸਮਝਣਾ ਵਾ ਆਪਾਂ। ਉਹ ਸਮਝਣ ਦੇ ਵਿੱਚ ਸੁੱਖ ਹੈ ਆਪਾਂ ਨੂੰ। ਕਿਉਂ ਹੋ ਰਿਹਾ, ਕਾਹਤੇ ਹੋ ਰਿਹਾ, ਉਹ ਤਾਂ ਕਾਲ ਹੈ। ਫਿਰ ਜਦ ਤੱਕ ਸਾਨੂੰ ਸਮਦ੍ਰਿਸ਼ਟੀ ਅਵਸਥਾ ਪ੍ਰਾਪਤ ਨਹੀਂ ਹੁੰਦੀ, ਅਸੀਂ ਇਹ ਅਵਸਥਾ ਦੇ ਵਿੱਚ ਕਿਸੇ ਨੂੰ ਵੀ ਬੁਰਾ ਭਲਾ ਨਹੀਂ ਕਹਿ ਸਕਦੇ। ਜੇ ਕਹਿੰਦੇ ਆ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਹੀਂ ਚੀਤ। ਭਾਵ ਪ੍ਰਚਾਰ ਕਰਨ ਵਾਲੇ ਦਾ, ਸਿੱਖਿਆ ਦੇਣ ਵਾਲੇ ਦਾ ਨਿਸ਼ਚਲ ਅਵਸਥਾ ਨਹੀਂ ਬਣੀ ਹਲੇ। ਕਮੀਆਂ ਨੇ ਸਾਡੇ 'ਚੋਂ, ਕਮੀਆਂ ਦੂਰ ਕਰਨੀਆਂ ਨੇ ਆਪਾਂ ਭਾਈ। ਸਤਿਗੁਰ ਜੋ ਸਮਝਾਉਂਦੇ ਨੇ, ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਉਹਨੇ ਪੈਦਾ ਕੀਤੀ ਹੈ, ਫਿਰ ਸੰਭਾਲ ਵੀ ਤਾਂ ਉਹ ਕਰਦਾ। ਅਸੀਂ ਤਾਂ ਕੁਝ ਨਹੀਂ ਪੈਦਾ ਕੀਤਾ, ਪਰ ਵਿਰੋਧ ਅਸੀਂ ਉਹਦਾ ਕਰਦੇ ਹਾਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੈ ਜਲ ਮੇ ਜਨ ਤੋਂ ਪਾਏ ਤਿੰਨਾਂ ਵੀ ਰੋਜੀ ਦੇ। ਉਹਨਾਂ ਨੂੰ ਵੀ ਰੋਜੀ ਦਿੰਦਾ, ਚਿੰਤਾ ਅਸੀਂ ਕਰਦੇ ਹਾਂ। ਚਿੰਤਾ ਦਾ ਵਿਸ਼ਾ ਉਹਦਾ। ਨਾਨਕ ਚਿੰਤਾ ਸੋ ਕਰੇ ਜਿਹਨੂੰ ਪਾਇਆ ਜਗ। ਸਤਿਗੁਰ ਸਮਝਾਉਂਦੇ ਨੇ ਭਾਈ, ਚਿੰਤਾ ਤਾਂ ਉਹ ਕਰੇ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਸਾਨੂੰ ਚਿੰਤਾ ਕਿਉਂ ਹੁੰਦੀ? ਅਸੀਂ ਮਾਲਕ ਬਣ ਜਾਂਦੇ ਹਾਂ। ਜੇ ਅਸੀਂ ਨੌਕਰ ਬਣ ਕੇ ਰਹੀਏ, ਨੀਵੇਂ ਹੋ ਕੇ ਰਹੀਏ, ਸਾਨੂੰ ਚਿੰਤਾ ਘੱਟ ਜਾਊਗੀ। ਸੰਸਾਰੀ ਕੰਮਾਂ ਕਾਰਾਂ ਦੇ ਵਿੱਚ ਵੀ ਮਾਲਕ ਨੂੰ ਚਿੰਤਾ ਹੁੰਦੀ, ਨੌਕਰ ਨੂੰ ਕਾਹਦੀ ਚਿੰਤਾ ਹੁੰਦੀ ਹੈ? ਨੌਕਰ ਬਣਨਾ ਨਹੀਂ ਚਾਹੁੰਦਾ ਕੋਈ। ਸੋ ਕਿਉਂ ਮੰਦਾ ਆਖੀ ਜਿਤ ਜੰਮੇ ਰਜਾਨ। ਸਤਿਗੁਰ ਸਮਝਾਉਂਦੇ ਆ ਭਾਈ, ਕਿਉਂ ਮੰਦਾ ਆਖਦੇ ਹੋ? ਕਿਸੇ ਮੰਦਾ ਕਿਸ ਨੂੰ ਆਖੀਏ? ਕਿਹਨੂੰ ਕਹੋਗੇ ਭਾਈ, ਜਦੋਂ ਅਸੀਂ ਕੁਛ ਬਣਾਇਆ ਹੀ ਨਹੀਂ ਹੈਗਾ। ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ ਵਾ। ਆਪਾਂ ਨਿਗਾਹ ਮਾਰ ਕੇ ਦੇਖੀਏ, ਜਦੋਂ ਅਸੀਂ ਜਨਮ ਲੈਂਦੇ ਹਾਂ ਸਾਡੇ ਕੋਲ ਕੀ ਹੁੰਦਾ ਹੈ। ਇੱਥੇ ਆ ਕੇ ਸਾਨੂੰ ਸਾਰਾ ਕੁਝ ਦਿੱਤਾ ਉਹਨੇ ਬਣਾ ਕੇ, ਕੁਦਰਤ ਨੇ। ਅਸੀਂ ਉਹਦਾ ਹੀ ਵਿਰੋਧ ਕਰਦੇ ਹਾਂ।
ਲਿਵ ਛੁੜਕੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਟੁੱਟ ਜਾਂਦੀ ਹੈ ਹੁਕਮ ਨਾਲੋਂ ਜਦੋਂ ਜੀਵ ਫਿਰ ਰੋਂਦਾ ਹੈ, ਫਿਰ ਮਾਇਆ ਆਪਦਾ ਖੇਲ ਵਰਤਾ ਦਿੰਦੀ। ਹੁਣ ਮਾਇਆ ਦੇ ਵਿੱਚ ਅੰਜਨ ਮਹਿ ਨਿਰੰਜਨ ਪਾਈਏ। ਮਾਇਆ 'ਚ ਰਹਿੰਦੇ ਆਪਾਂ ਇਹ ਨਿਰੰਜਨ ਦਾ ਗਿਆਨ ਨਿਰਾਕਾਰ ਦੁਨੀਆ ਦਾ ਲੈ ਕੇ ਆਪਦੇ ਘਰ ਪਹੁੰਚਣਾ ਵਾ, ਪਰ ਆਪਾਂ ਤਾਂ ਇੱਥੇ ਹੀ ਵਾਦ ਵਿਵਾਦ 'ਚ ਲੱਗ ਜਾਂਦੇ ਹਾਂ। ਸਤਿਗੁਰੂ ਸਮਝਾਉਂਦੇ ਨੇ ਭਾਈ, ਕਿਸੇ ਨੂੰ ਬੁਰਾ ਕਹਿ ਕੇ ਕੀ ਅਸੀਂ ਉਹ 'ਚੋਂ ਖੱਟ ਲਾਂਗੇ, ਕੀ ਪ੍ਰਾਪਤੀ ਕਰ ਲਾਂਗੇ। ਬਾਣੀ ਤਾਂ ਬੁਰੇ ਦਾ ਭਲਾ ਕਰਦੀ ਹੈ ਭਾਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਨਾ ਮਨ ਹੰਡਾਏ। ਬਾਬਾ ਫਰੀਦ ਜੀ ਦਾ ਆਪਾਂ ਸਰੋਕ ਲੈ ਲੈਂਦੇ ਹਾਂ। ਬਾਬਾ ਫਰੀਦ ਜੀ ਸਮਝਾਉਂਦੇ ਨੇ ਵੀ ਕਿੰਨੇ ਕੁ ਜਨਮ ਹੋ ਗਏ ਇਹ ਜੀਵ ਨੂੰ ਪਤਾ ਨਹੀਂ। ਬਾਬਾ ਜੀ ਦਾ ਸਲੋਕ ਲੈਂਦੇ ਹਾਂ ਆਪਾਂ ਵੀ ਸੁੱਤਾ ਪਿਆ ਇਹ, ਜਿਵੇਂ ਕੁੰਭਕਰਨ ਨੂੰ ਦਿਖਾਉਂਦੇ ਨੇ ਉਹੀ ਗੱਲ ਹੈ। ਫਰੀਦਾ ਇੱਟ ਸਰਾਣੇ ਭੂਏ ਸਵਣ, ਕੀੜਾ ਲੜਿਓ ਮਾਸ। ਹੀ ਫਰੀਦ ਮਨਾ ਕੇਤੜਿਆਂ ਜੁਗ ਵਾਪਰੇ, ਇੱਕ ਧੁਨ ਪਿਆ ਪਾਸ। ਇਹ ਜੀਵ ਕਹਿੰਦੇ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਕੁਦਰਤ ਜਾਗ ਰਹੀ ਹੈ। ਸਤਿਗੁਰ ਸਾਡੇ ਅੰਤਰਾਤਮਾ ਦੀ ਆਵਾਜ਼ ਹੁਕਮ ਦੇ ਨਾਲ ਉਹ ਜਾਗਦੀ ਹੈ। ਸਾਡੇ ਜੀਵਨ ਦੀ ਪੌੜੀਆਂ ਚੜ੍ਹਦੇ ਆ ਜਾਂਦੇ ਹਾਂ, ਪਰ ਜੀਵ ਹਰ ਇੱਕ ਜੂਨੀ 'ਚ ਆ ਕੇ ਸੌਂ ਜਾਂਦਾ। ਇੱਥੇ ਆ ਕੇ ਫਿਰ ਅਸੀਂ ਸੌਂ ਜਾਂਦੇ ਹਾਂ। ਹੁਣ ਬਾਣੀ ਸਾਨੂੰ ਜਗਾਉਂਦੀ ਹੈ, ਜਾਗਣ ਦੀ ਬਜਾਏ ਅਸੀਂ ਇੱਕ ਦੂਜੇ ਦਾ ਵਿਰੋਧ ਕਰੀ ਜਾਂਦੇ ਹਾਂ। ਗੁਰ ਕਿਰਪਾ ਤੇ ਸੇਜਨ ਜਾ ਕੇ ਬੋਲੇ ਅੰਮ੍ਰਿਤ ਬਾਣੀ, ਗੁਰ ਕਿਰਪਾ ਲੈਣੀ ਸੀਗੀ, ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ ਭਾਈ, ਵੱਡੇ ਬਣ ਗਏ। ਉੱਥੋਂ ਅਸੀਂ ਮਾਰ ਖਾ ਜਾਂਦੇ ਹਾਂ। ਤਾਂ ਸਾਨੂੰ ਬਾਣੀ ਸਮਝਾਉਂਦੀ ਹੈ, ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜੋ ਤੂੰ ਦੇਖ ਰਿਹਾ ਸੰਸਾਰ 'ਚ ਜੀਵ ਜਿਨ੍ਹਾਂ ਨੇ ਗੁਰ ਕੀ ਮਤ ਛੱਡਤੀ ਡੁੱਬ ਗਏ। ਦੇਖੋ ਨਿਗਾਹ ਮਾਰ ਕੇ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈਗਾ ਭਾਈ। ਕਿੰਨੇ ਯੁੱਗ ਹੋ ਗਏ ਜੀਵ ਨੂੰ। ਹੁਣ ਸਾਡਾ ਛੁਟਕਾਰਾ ਹੋਣਾ ਵਾ ਗੁਰਮਤਿ ਨਾਲ। ਸਿਉ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ, ਭੰਡੋਂ ਹੀ ਭੰਡ ਉਪਜੇ ਭੰਡੇ ਆਵਾਜ਼ ਨਾ ਕੋਈ। ਜੀਵ ਤੋਂ ਜੀਵ ਪੈਦਾ ਹੋ ਰਿਹਾ, ਔਰਤ ਤੋਂ ਉਤਪਤੀ ਹੈ। ਫਿਰ ਵੀ ਅਸੀਂ ਇੱਕ ਦੂਜੇ ਦਾ ਵਿਰੋਧ ਕਰਦੇ ਰਹੇ ਨੇ। ਅਕਲ ਦੀ ਬਾਤ ਘੱਟ ਹੈ। ਵੱਧ ਅਕਲ ਵਾਲਾ ਘੱਟ ਅਕਲ ਵਾਲੇ ਨੂੰ ਦਬਾਉਣਾ ਚਾਹੁੰਦਾ ਹੈ, ਘੱਟ ਅਕਲ ਵਾਲਾ ਬਹੁਤਾ ਵਿਰੋਧ ਕਰਦਾ ਵਾ। ਬਸ ਐਂ ਚੱਲਦਾ ਰਹਿੰਦਾ ਸੰਸਾਰ ਹੈ, ਐਵੇਂ ਚੱਲੂਗਾ। ਭੰਡੋਂ ਹੀ ਭੰਡ ਉਪਜੇ ਭੰਡੇ ਆਵਾਜ਼ ਨਾ ਕੋਏ। ਸਾਰੇ ਜੰਮਣ ਮਰ 'ਚ ਅਸੀਂ ਆਏ ਹਾਂ। 84 ਲੱਖ ਜੌਨ ਪਾਈ, ਮਾਨੁਖ ਕੋਦੀ ਵਡਿਆਈ। ਇਹ ਲਾਸਟ ਪੌੜੀ ਹੈ ਭਾਈ, ਇਹ ਤੋਂ ਛੁਟਕਾਰਾ ਪਾਉਣਾ ਆਪਾਂ। ਜੇ ਇਹਦੀ ਲੰਬੀ ਵਿਚਾਰ ਕਰਾਂਗੇ ਉਹ 'ਚ ਕੁਛ ਨਹੀਂ ਨਿਕਲਣਾ ਹੈਗਾ। ਆਪਾਂ ਨੂੰ ਕੀ ਕਰਨਾ ਚਾਹੀਦਾ ਉਹਦੀ ਵਿਚਾਰ ਕਰਨੀ ਆਪਾਂ। ਨਾਨਕ ਭੰਡੇ ਵਾਹਰਾਂ ਏਕੋ ਸੱਚਾ ਸੋਈ। ਇੱਕ ਹੀ ਹੈ ਕੁਦਰਤ, ਸੱਚ, ਹੁਕਮ, ਪਰਮੇਸ਼ਰ ਕਹਿ ਲਈਏ। ਸਤਿਗੁਰ ਮੇਰਾ ਸਦਾ ਸਦਾ ਉਹ ਆਵੇ ਨਾ ਜਾਈ, ਉਹ ਵਿਨਾਸੀ ਪੁਰਖ ਹੈ ਸਭ ਮੇਰੇ ਹੱਥ ਸਮਾਈ। ਸਤਿਗੁਰ ਦੇ ਕਰਕੇ ਸਾਡਾ ਜੀਵਨ ਚੱਲਦਾ ਹੈ। ਪਹਿਲਾਂ ਸਾਨੂੰ ਸਤਿਗੁਰ ਦੀ ਪ੍ਰਾਪਤੀ ਹੋਣੀ ਹੈ। ਕਿਵੇਂ ਹੋਣੀ ਹੈ ਅੱਗੇ ਸਮਝਾਉਣਗੇ ਸਤਿਗੁਰ। ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ। ਉਹ ਸੱਚੇ ਦਰਬਾਰ ਦਾ ਦਰਸ਼ਨ ਕਰਦੇ ਨੇ, ਸੱਚ ਦਾ ਦਰਸ਼ਨ ਕਰਦੇ ਨੇ। ਜਿਹੜੇ ਮੁਖ ਤੋਂ ਉਚਾਰਨ ਕਰਦੇ ਨੇ, ਮੁਖ ਤੋਂ ਉਚਾਰਨ ਕਿਵੇਂ ਕਰਾਂਗੇ? ਅਸੀਂ ਤਾਂ ਝੂਠ ਨਾਲ ਜੁੜੇ ਹੋਏ ਹਾਂ ਭਾਈ। ਇਹ ਝੂਠ ਦੀ ਸਮਾਪਤੀ ਹੋਊਗੀ, ਸੱਚ ਦਾ ਦਰਸ਼ਨ ਹੋਊ। ਫੇਰ ਹੀ ਜਿਹੜੀ ਚੀਜ਼ ਸਾਨੂੰ ਦਰਸ਼ਨ ਸਾਡੇ ਕੋਲੇ ਆ ਉਹਦਾ ਹੀ ਅਸੀਂ ਪ੍ਰਚਾਰ ਕਰਾਂਗੇ। ਜਿਹੜੀ ਸਾਡੇ ਭਾਂਡੇ ਵਿੱਚ ਉਹੀ ਵਸਤ ਬਾਹਰ ਆਊਗੀ। ਆਓ ਸਾਰੇ ਮਿਲ ਕੇ ਇਹਨੂੰ ਪ੍ਰਚਾਰੀਏ। ਸਤਿਗੁਰ ਕੀ ਸਮਝਾਉਂਦੇ ਆ, ਜਿਤ ਮੁਖ ਸਦਾ ਸਲਾਹੀਏ ਭਾਗਾਂ ਰੱਤੀ ਚਾਰ। ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੂੰ ਹਰ ਦਾ ਦਰਸ਼ਨ ਹੁੰਦਾ ਹੈ। ਚਾਰ ਦਰਸ਼ਨ ਨੇ, ਦਰਸ਼ਨ, ਪਰਸਨ, ਸਰਸਨ, ਹਰਸਨ। ਰੰਗ ਰੰਗੀ ਕਰਤਾਰੀ ਦੇ ਜਿਹੜੀ ਮਨ ਬੁੱਧੀ ਹਰ ਦੇ ਰੰਗ 'ਚ ਰੰਗੇ ਜਾਂਦੇ ਨੇ, ਹਰ 'ਚ ਲੈ ਹੋ ਜਾਂਦੇ ਨੇ, ਉਹ ਉਚਾਰਨ ਕਰਦੇ ਨੇ ਭਾਈ। ਉਹਨਾਂ ਦੇ ਮੁਖ ਉਜਲ ਨੇ, ਉਹ ਸੱਚੇ ਦਰਬਾਰ 'ਚ ਪਹੁੰਚੇ ਹੋਏ। ਸੱਚਾ ਦਰਬਾਰ ਕਿਹੜਾ ਹੈ? ਦੇਵਲੋਕ, ਮਾਇਆ ਤੋਂ ਪਰੇ। ਉੱਥੋਂ ਹੀ ਅਸੀਂ ਆਉਂਦੇ ਹਾਂ। ਹੁਕਮ ਜਨਮ ਹੁੰਦਾ ਹੈ, ਵਾਪਸੀ ਵੀ ਉੱਥੇ ਜਾਣਾ ਵਾ। ਜਿਵੇਂ ਆਇਆ ਉਵੇਂ ਹੀ ਜਾਣਾ, ਪਰ ਹੁਣ ਜਾਗ ਕੇ ਜਾਣਾ ਵਾ। ਗੁਰ ਕਿਰਪਾ ਤੇ ਸੇਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਬੈਰ ਵਿਰੋਧ ਤੋਂ ਮੁਕਤ ਹੋਈਏ, ਗੁਣਾਂ ਦੀ ਪ੍ਰਾਪਤੀ ਕਰੀਏ ਆਤਮਾ ਕਰਕੇ। ਨਿਰਭਉ ਪਹਿਲਾ ਗੁਣ, ਦੂਜਾ ਨਿਰਵੈਰ, ਤੀਜਾ ਕਾਲ ਤੋਂ ਮੁਕਤ, ਚੌਥਾ ਅਜੂਨੀ ਸਰੀਰ 'ਚ ਰਹਿੰਦੇ ਆ ਪ੍ਰੇਮ ਖਤਮ। ਮੋਹ ਮਾਇਆ ਤੋਂ ਮੁਕਤੀ ਇਹ ਗੁਰੂ ਦੀ ਕਿਰਪਾ ਨਾਲ ਮਿਲਣੀ ਹੈ। ਤੁਮਰੀ ਕਿਰਪਾ ਤੇ ਮੋਹ ਮਨ ਛੁੱਟੇ, ਛੂਟ ਜਾਏ ਪਰਮਾਈ। ਆਓ ਸਾਰੇ ਭਾਈ ਮਿਲ ਕੇ ਇਹਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਡੇ ਅੰਦਰੋਂ ਵੈਰ ਵਿਰੋਧ ਖਤਮ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।